रूह से भर दिया। तूने मेरी रूह को पाक रूह से भर दिया। मैं था रोगों से गिरा, मुझे चंगा कर दिया। तूने मेरी रूह को पाक रूह से भर दिया। मैं था रोगों से गिरा, मुझे चंगा कर दिया। तेरे लहू की बूंदों ने मुझे मसाजो किया। मैं तो तेरा हो गया, हाँ मैं तेरा हो गया। यीशु तेरा हो गया, हाँ मैं तेरा हो गया। जान दे के मेरे लिए तूने मुझ पे ऐसा जो किया। जान दे के मेरे लिए तूने मुझ पे ऐसा जो किया। और मेरे दामन को आसमानी बरकतों से है भर दिया। मुझे अपना के यीशु तूने बाहों में भरा। मैंने अपनी धड़कनों को तेरे हाथों में दिया। मैंने अपनी धड़कनों को तेरे हाथों में दिया। तेरे लहू की बूंदों ने मुझे मसाजो किया। मैं तो तेरा हो गया, हाँ मैं तेरा हो गया। यीशु तेरा हो गया, हाँ मैं तेरा हो गया। मैं तो तेरा हो गया, हाँ मैं तेरा हो गया। यीशु तेरा हो गया, हाँ मैं तेरा हो गया। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅੱਜ ਅਸੀਂ ਰੋਜ਼ਿਆਂ ਦੇ 4 ਹਫ਼ਤਿਆਂ ਦਾ ਸਫ਼ਰ ਤੈਅ ਕਰਕੇ 5ਵੇਂ ਹਫ਼ਤੇ ਵਿੱਚ ਪ੍ਰਵੇਸ਼ ਕਰ ਰਹੇ ਹਾਂ। ਯਾਨੀ ਕਿ ਅਗਲਾ ਜੋ ਐਤਵਾਰ ਆ, ਰੋਜ਼ਿਆਂ ਦਾ 6ਵਾਂ ਐਤਵਾਰ, ਜਿਸ ਨੂੰ ਖਜੂਰੀ ਐਤਵਾਰ ਵੀ ਕਹਿੰਦੇ ਹਨ। ਆਪਾਂ ਹੁਣ 2 ਹਫ਼ਤਿਆਂ ਦੇ ਰੋਜ਼ਿਆਂ ਦੇ ਦਿਨਾਂ ਵਿੱਚ ਹੋਰ ਗੰਭੀਰਤਾ ਦੇ ਨਾਲ, ਹੋਰ ਪਛਤਾਵੇ ਦੀ ਭਾਵਨਾ ਦੇ ਨਾਲ ਹਿੱਸਾ ਲੈਣਾ ਹੈ। ਆਪਣੇ ਆਪ ਨੂੰ ਤਿਆਰ ਕਰਨਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਤਿਆਰ ਕਰਦੇ ਹੋਏ ਰੂਹਾਨੀ ਤੌਰ 'ਤੇ, ਆਤਮਿਕ ਤੌਰ 'ਤੇ ਪ੍ਰਭੂ ਦੀ ਉਸ ਮਹਾਨ ਈਦ, ਪ੍ਰਭੂ ਦੇ ਜੀ ਉਠਣ ਦੀ ਈਦ ਵਿੱਚ, ਪਾਸਕਾ ਦੇ ਤਿਉਹਾਰ ਵਿੱਚ ਸ਼ਾਮਲ ਹੋ ਸਕੀਏ। ਅੱਜ ਪ੍ਰਭੂ ਆਪਣੇ ਪਵਿੱਤਰ ਵਚਨ ਦੇ ਅਨੁਸਾਰ ਇਹ ਯਕੀਨ ਦਿਵਾਉਂਦਾ ਹੈ ਕਿ ਭਾਵੇਂ ਸਾਡੇ ਗੁਨਾਹ, ਗਲਤੀਆਂ, ਬੁਰਾਈਆਂ ਕਿੰਨੀਆਂ ਵੀ ਵੱਡੀਆਂ ਹੋਣ ਜਾਂ ਬਹੁਤ ਜ਼ਿਆਦਾ ਹੋਣ, ਜਿੰਨੇ ਵੱਡੇ ਸਾਡੇ ਗੁਨਾਹ ਗਲਤੀਆਂ ਹਨ, ਓਨੇ ਹੀ ਵੱਧ ਖੁਦਾ ਦੀ ਦਇਆ, ਖੁਦਾ ਦਾ ਪਿਆਰ ਤੇ ਮਾਫੀ ਦੇਣ ਦੀ ਭਾਵਨਾ ਸਾਡੇ ਪ੍ਰਤੀ ਜ਼ਿਆਦਾ ਹੈ। ਨਿਰਭਰ ਇਸ ਗੱਲ 'ਤੇ ਕਰਦਾ ਹੈ ਕਿ ਅਸੀਂ ਪ੍ਰਭੂ ਦੇ ਵੱਲ ਵਾਪਸ ਮੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਨਹੀਂ। ਪ੍ਰਭੂ ਸਾਨੂੰ ਸੱਦਾ ਦੇ ਰਿਹਾ ਹੈ ਕਿ ਅਸੀਂ ਉਸ ਦੀ ਸੱਚਾਈ, ਫਜ਼ਲ ਅਤੇ ਦਇਆ ਨੂੰ ਅਨੁਭਵ ਕਰ ਸਕੀਏ। ਜੇਕਰ ਅਸੀਂ
ਇਸ ਗੱਲ ਨੂੰ ਸਮਝਦੇ ਹਾਂ ਅਤੇ ਉਸ ਉੱਤੇ ਮਾਣ ਰੱਖਦੇ ਹਾਂ। ਅਤੇ ਜਿੰਨਾ ਵੀ ਸਮਾਂ ਸਾਡੇ ਕੋਲ ਬਾਕੀ ਹੈ, ਗੁੱਡ ਫਰਾਈਡੇ ਤੋਂ ਪਹਿਲਾਂ ਪਾਕ ਸ਼ੁੱਕਰਵਾਰ ਤੋਂ ਪਹਿਲਾਂ ਅਸੀਂ ਆਪਣੇ ਆਪ ਦੀ ਤਿਆਰੀ ਕਰੀਏ, ਤਾਂ ਜੋ ਅਸੀਂ ਜੇਕਰ ਪ੍ਰਭੂ ਯਿਸੂ ਦੇ ਦੁੱਖਾਂ ਵਿੱਚ ਸ਼ਰੀਕ ਹੁੰਦੇ ਹਾਂ, ਪ੍ਰਭੂ ਯਿਸੂ ਦੇ ਸਲੀਬੀ ਮੌਤ ਅਤੇ ਉਸ ਦੇ ਇਹਨਾਂ ਦੁੱਖਾਂ ਮੁਸੀਬਤਾਂ ਦੇ ਵਿੱਚ ਸ਼ਾਮਲ ਹੁੰਦੇ ਹਾਂ, ਤਾਂ ਹੀ ਅਸੀਂ ਉਸ ਦੀ ਮਹਿਮਾ ਵਿੱਚ ਸ਼ਾਮਲ ਹੋਣ ਦੇ ਯੋਗ ਹੋਵਾਂਗੇ। ਆਓ ਅਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਡੇ ਵਿੱਚ ਯੋਗ ਪਛਤਾਵਾ ਪੈਦਾ ਕਰੇ, ਤਾਂ ਜੋ ਅਸੀਂ ਵਾਪਸ ਪ੍ਰਭੂ ਵੱਲ ਮੁੜੀਏ ਅਤੇ ਆਪਣੇ ਆਪ ਨੂੰ ਇਸ ਆਉਣ ਵਾਲੀ ਮਹਾਨ ਈਦ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਕਰ ਸਕੀਏ। ਪਛਤਾਵਾ ਭਰੇ ਦਿਲ ਨਾਲ ਆਪਣੇ ਸਾਰੇ ਗਲਤੀਆਂ ਗੁਨਾਹ ਉੱਤੇ ਪਛਤਾਵਾ ਕਰਦੇ ਹੋਏ ਆਓ ਅਸੀਂ ਰਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਵੋ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। प्रभु दया करो, ऐ प्रभु दया करो, ऐ मसीह दया करो, ऐ मसीह दया करो, ऐ प्रभु दया करो, ऐ प्रभु दया करो। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਸਾਡੇ ਖੁਦਾ, ਅਸੀਂ ਬੇਨਤੀ ਕਰਦੇ ਹਾਂ ਕਿ ਤੇਰੀ ਮਦਦ ਨਾਲ ਅਸੀਂ ਉਸ ਨੇਕ ਰਾਹ ਉੱਤੇ ਚੱਲਦੇ ਰਹੀਏ, ਜਿਸ ਉੱਤੇ ਚੱਲ ਕੇ ਤੇਰੇ ਬੇਟੇ ਪ੍ਰਭੂ ਯਿਸੂ ਮਸੀਹ ਨੇ ਦੁਨੀਆ ਲਈ ਆਪਣੇ ਪਿਆਰ ਦੇ ਸਦਕੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕੀਤਾ। ਉਸੇ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ ਤੇ ਹੋਵੇ, ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਮ ਉੱਤੇ ਆਮੀਨ। ਪਾਠ ਪਹਿਲਾ। ਯਸ਼ਾਇਆ ਨਬੀ ਦਾ ਗ੍ਰੰਥ, ਉਸ ਦਾ 43 ਬਾਬ 16 ਤੋਂ 21 ਆਇਤ ਤੱਕ। ਬਹੁਤ ਸਮਾਂ ਪਹਿਲਾਂ ਪ੍ਰਭੂ ਨੇ ਸਾਗਰ ਦੇ ਵਿੱਚੋਂ ਦੀ ਇੱਕ ਰਾਹ ਬਣਾਇਆ ਸੀ। ਉਸ ਨੇ ਤੂਫਾਨੀ ਪਾਣੀ ਵਿੱਚ ਇੱਕ ਪਥ ਬਣਾਇਆ ਸੀ। ਉਸ ਨੇ ਰੱਥਾਂ ਅਤੇ ਘੋੜਿਆਂ ਦੀ ਇੱਕ ਵੱਡੀ ਸੈਨਾ ਦਾ ਨਾਸ਼ ਕੀਤਾ ਸੀ। ਉਹ ਸੈਨਾ ਡਿੱਗ ਕੇ ਫਿਰ ਨਾ ਉੱਠੀ ਅਤੇ ਦੀਵੇ ਦੀ ਲਾਟ ਵਾਂਗ ਬੁਝ ਗਈ। ਪ੍ਰਭੂ ਕਹਿੰਦਾ ਹੈ, ਤੁਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਨਾ ਕਰੋ ਅਤੇ ਨਾ ਹੀ ਪ੍ਰਾਚੀਨ ਘਟਨਾਵਾਂ ਵੱਲ ਧਿਆਨ ਕਰੋ। ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਤੁਸੀਂ ਉਸ ਵੱਲ ਧਿਆਨ ਦੇਵੋ। ਇਹ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਮੈਂ ਉਜਾੜ ਦੇ ਵਿੱਚੋਂ ਦੀ ਇੱਕ ਰਾਹ ਬਣਾਵਾਂਗਾ ਅਤੇ ਤੁਹਾਡੇ ਲਈ ਉੱਥੇ ਦਰਿਆ
ਵਗਾਵਾਂਗਾ। ਤਦ ਜੰਗਲੀ ਜਾਨਵਰ ਵੀ ਮੇਰੀ ਮਹਿਮਾ ਕਰਨਗੇ, ਗਿੱਦੜ ਅਤੇ ਸ਼ੁਤਰਮੁਰਗ ਮੇਰੀ ਮਹਿਮਾ ਕਰਨਗੇ, ਕਿਉਂਕਿ ਮੈਂ ਆਪਣੇ ਚੁਣੇ ਲੋਕਾਂ ਨੂੰ ਪਾਣੀ ਦੇਣ ਲਈ ਵੀਰਾਨੇ ਵਿੱਚ ਦਰਿਆ ਵਗਾਵਾਂਗਾ। ਉਹਨਾਂ ਲੋਕਾਂ ਨੂੰ ਮੈਂ ਆਪਣੇ ਲਈ ਬਣਾਇਆ ਹੈ ਅਤੇ ਉਹ ਮਹਿਮਾ ਦੇ ਗੀਤ ਗਾਉਣਗੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਜਦੋਂ ਰੱਬ ਨੇ ਲਿਆਂਦੇ ਸਨ ਛੁੜਾ, ਕਹਿੰਦੇ ਸਿਯੋਨੀ ਜਦੋਂ ਰੱਬ ਨੇ ਲਿਆਂਦੇ ਸਨ ਛੁੜਾ, ਤਦ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ, ਤਦ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ। ਸਾਡੇ ਪਰ ਗਏ ਹਾਸੇ ਤੇਰਾ ਗਾਣਾ ਤਾ, ਮੂੰਹ ਸਾਡੇ ਪਰ ਗਏ ਹਾਸੇ ਤੇਰਾ ਗਾਣਾ ਤਾ, ਗੈਰ ਕੌਮਾਂ ਵਿੱਚ ਇਹ ਚਰਚਾ ਸੀ ਦਾ ਖੁਦਾ, ਗੈਰ ਕੌਮਾਂ ਵਿੱਚ ਚਰਚਾ ਸੀ ਇਹਨਾਂ ਦਾ ਖੁਦਾ, ਕਹਿੰਦੀ ਸਿਯੋਨੀ ਜਦੋਂ ਰੱਬ ਨੇ ਲਿਆਂਦੇ ਸਨ ਛੁੜਾ, ਤਦ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ, ਜਿਵੇਂ ਸੁਪਨਾ ਕੋਈ ਵੇਖਦਾ, ਜਿਵੇਂ ਸੁਪਨਾ ਕੋਈ ਵੇਖਦਾ। ਪ੍ਰਭੂ ਤੁਹਾਡੇ ਦਿਲ ਵਿੱਚ ਅਤੇ ਜ਼ੁਬਾਨ 'ਤੇ ਹੋਵੇ ਤਾਂ ਯੋਗਤਾ ਨਾਲ ਤੁਸੀਂ ਖੁਦਾ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਪਾਠ ਦੂਸਰਾ। ਫਿਲਿੱਪੀਆਂ ਦੇ ਨਾਮ ਸੰਤ ਪੌਲੁਸ ਦਾ ਪੱਤਰ, ਉਸ ਦਾ 3 ਬਾਬ 8 ਤੋਂ 14 ਆਇਤ ਤੱਕ। ਮਸੀਹ ਦੇ ਦੁੱਖ ਭੋਗ ਦਾ ਭਾਗੀਦਾਰੀ ਬਣਨ ਲਈ ਮੈਂ ਉਸ ਦੇ ਲਈ ਸਭ ਕੁਝ ਛੱਡ ਦਿੱਤਾ ਹੈ। ਇਸ ਤੋਂ ਵੀ ਵੱਧ ਕੇ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਬਾਰੇ ਜਾਣਨ ਨੂੰ ਸਭ ਤੋਂ ਜ਼ਿਆਦਾ ਕੀਮਤੀ ਸਮਝਦਾ ਹੋਇਆ ਹੋਰ ਸਭ ਕੁਝ ਨੂੰ ਨੁਕਸਾਨ ਸਮਝਦਾ ਹਾਂ। ਉਸ ਦੀ ਖਾਤਰ ਮੈਂ ਸਭ ਕੁਝ ਦਾ ਨੁਕਸਾਨ ਸਹਿ ਲਿਆ ਹੈ ਅਤੇ ਉਹਨਾਂ ਨੂੰ ਕੂੜਾ ਸਮਝਿਆ ਹੈ, ਤਾਂ ਜੋ ਮੈਂ ਮਸੀਹ ਨੂੰ ਪਾ ਲਵਾਂ ਅਤੇ ਪੂਰਨ ਰੂਪ ਵਿੱਚ ਉਸ ਦਾ ਪਾਇਆ ਜਾਵਾਂ। ਉਸ ਧਾਰਮਿਕਤਾ ਨਾਲ ਨਹੀਂ ਜੋ ਵਿਧਾਨ ਦੀ ਪਾਲਣਾ ਤੋਂ ਮਿਲਦੀ ਹੈ, ਸਗੋਂ ਉਸ ਧਾਰਮਿਕਤਾ ਨਾਲ ਜੋ ਮਸੀਹ ਉੱਤੇ ਈਮਾਨ ਰੱਖਣ ਨਾਲ ਮਿਲਦੀ ਹੈ। ਉਹ ਧਾਰਮਿਕਤਾ ਜੋ ਖੁਦਾ ਵੱਲੋਂ ਮਿਲਦੀ ਹੈ ਅਤੇ ਜਿਸ ਦਾ ਆਧਾਰ ਈਮਾਨ ਹੈ। ਮੈਂ ਚਾਹੁੰਦਾ ਹਾਂ ਕਿ ਮੈਂ ਮਸੀਹ ਨੂੰ ਜਾਣ ਲਵਾਂ, ਉਸ ਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣ ਲਵਾਂ ਅਤੇ ਮੌਤ ਵਿੱਚ ਉਸ ਦੇ ਵਾਂਗ
ਬਣ ਕੇ ਉਸ ਦੇ ਦੁੱਖਾਂ ਵਿੱਚ ਹਿੱਸਾ ਵੰਡਾ ਲਵਾਂ, ਤਾਂ ਜੋ ਜੇ ਹੋ ਸਕੇ ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਮੁਰਦਿਆਂ ਵਿੱਚੋਂ ਜੀ ਉੱਠ ਸਕਾਂ। ਇਹ ਨਹੀਂ ਕਿ ਮੈਂ ਇਹ ਸਭ ਪਾ ਲਿਆ ਹੈ ਜਾਂ ਮੈਂ ਪੂਰਨਤਾ ਤੱਕ ਪਹੁੰਚ ਗਿਆ ਹਾਂ, ਪਰ ਮੈਂ ਪੂਰੇ ਯਤਨ ਨਾਲ ਅੱਗੇ ਵੱਧਦਾ ਜਾਂਦਾ ਹਾਂ, ਤਾਂ ਜੋ ਮੈਂ ਉਸ ਨੂੰ ਆਪਣਾ ਬਣਾ ਲਵਾਂ, ਕਿਉਂਕਿ ਮਸੀਹ ਯਿਸੂ ਨੇ ਇਸ ਲਈ ਮੈਨੂੰ ਆਪਣਾ ਬਣਾ ਲਿਆ ਹੈ। ਭਰਾਓ, ਮੈਂ ਨਹੀਂ ਸਮਝਦਾ ਕਿ ਅਜੇ ਤੱਕ ਮੈਂ ਇਸ ਨੂੰ ਆਪਣਾ ਬਣਾ ਲਿਆ ਹੈ, ਪਰ ਮੈਂ ਇਹ ਜ਼ਰੂਰ ਕਰਦਾ ਹਾਂ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਦੀਆਂ ਗੱਲਾਂ ਵੱਲ ਜ਼ੋਰ ਨਾਲ ਵੱਧਦਾ ਹੋਇਆ ਮੈਂ ਆਪਣੇ ਉਦੇਸ਼ ਵੱਲ ਅੱਗੇ ਦੌੜਦਾ ਜਾਂਦਾ ਹਾਂ, ਤਾਂ ਜੋ ਮੈਂ ਯਿਸੂ ਮਸੀਹ ਵਿੱਚ ਖੁਦਾ ਦੇ ਉੱਪਰਲੇ ਸੱਦੇ ਦਾ ਇਨਾਮ ਪਾ ਲਵਾਂ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। घर घर में अंजील सुनाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ऐसा छेड़ेंगे मिलकर तराना, जाग उठेगा सारा जमाना। ऐसा छेड़ेंगे मिलकर तराना, जाग उठेगा सारा जमाना। भूले भटकों को राह पर लाएंगे, प्यारे यीशु का नाम बताएंगे। घर घर में अंजील सुनाएंगे, प्यारे यीशु का नाम बताएंगे। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਵਨ ਪਵਿੱਤਰ ਅੰਜੀਲ ਦਾ ਸੰਤ ਯਹੋਨਾ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਦਾ 8 ਅਧਿਆਇ 1 ਤੋਂ 11 ਆਇਤ। ਯਿਸੂ ਜੈਤੂਨ ਦੇ ਪਹਾੜ ਨੂੰ ਚਲਾ ਗਿਆ। ਵੱਡੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ। ਸਾਰੇ ਲੋਕ ਉਸ ਦੇ ਕੋਲ ਆ ਗਏ ਅਤੇ ਉਸਨੇ ਬੈਠ ਕੇ ਉਹਨਾਂ ਨੂੰ ਸਿੱਖਿਆ ਦਿੱਤੀ। ਧਰਮ ਗ੍ਰੰਥੀਆਂ ਅਤੇ ਫਰੀਸੀਆਂ ਨੇ ਇੱਕ ਔਰਤ ਨੂੰ ਉਸ ਕੋਲ ਲਿਆਂਦਾ ਜੋ ਵਿਵਚਾਰ ਕਰਦੀ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜੀ ਕਰਕੇ ਉਹਨਾਂ ਨੇ ਉਸ ਨੂੰ ਕਿਹਾ, ਰੱਬੀ, ਇਹ ਔਰਤ ਵਿਵਚਾਰ ਕਰਦੀ ਫੜੀ ਗਈ ਹੈ। ਧਰਮ ਵਿਧਾਨ ਵਿੱਚ ਮੂਸਾ ਨੇ ਸਾਨੂੰ ਅਜਿਹੀ ਔਰਤਾਂ ਨੂੰ ਪਥਰਾਓ ਕਰਨ ਦੀ ਆਗਿਆ ਦਿੱਤੀ ਹੈ। ਤੁਸੀਂ ਇਸ ਔਰਤ ਬਾਰੇ ਕੀ ਕਹਿੰਦੇ ਹੋ? ਉਹਨਾਂ ਨੇ ਇਹ ਉਸ ਦੀ ਪ੍ਰੀਖਿਆ ਲੈਣ ਲਈ ਕਿਹਾ ਸੀ, ਤਾਂ ਜੋ ਉਸ ਉੱਤੇ ਦੋਸ਼ ਲਾਉਣ ਲਈ ਉਹਨਾਂ ਨੂੰ ਕੋਈ ਬਹਾਨਾ ਮਿਲ ਜਾਵੇ। ਯਿਸੂ ਝੁਕ ਕੇ ਆਪਣੀ ਉਂਗਲੀ ਨਾਲ ਜ਼ਮੀਨ ਉੱਤੇ ਲਿਖਣ ਲੱਗ ਪਿਆ। ਜਦੋਂ ਲੋਕ ਲਗਾਤਾਰ ਉਸ ਨੂੰ ਪੁੱਛਦੇ ਰਹੇ ਤਾਂ ਉਹ ਖੜਾ ਹੋ ਗਿਆ ਅਤੇ ਉਹਨਾਂ ਨੂੰ ਕਿਹਾ, ਤੁਹਾਡੇ ਵਿੱਚੋਂ ਜੋ ਬਿਨਾਂ ਪਾਪ ਦੇ ਹੈ, ਉਹ ਇਸ ਔਰਤ ਉੱਤੇ ਪਹਿਲਾ ਪੱਥਰ ਮਾਰੇ। ਅਤੇ ਇੱਕ ਵਾਰ ਫਿਰ ਉਹ ਝੁਕ ਕੇ ਜ਼ਮੀਨ ਉੱਤੇ ਆਪਣੀ ਉਂਗਲੀ ਨਾਲ ਲਿਖਣ ਲੱਗਾ। ਪਰ ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਤੋਂ ਵੱਡੇ ਤੋਂ ਸ਼ੁਰੂ ਹੋ ਕੇ ਇੱਕ ਇੱਕ ਕਰਕੇ ਸਾਰੇ ਉੱਥੋਂ ਚਲੇ ਗਏ ਅਤੇ ਯਿਸੂ ਇਕੱਲਾ ਉਸ ਔਰਤ ਦੇ ਨਾਲ ਉੱਥੇ ਰਹਿ ਗਿਆ ਜੋ ਉਹਦੇ ਸਾਹਮਣੇ ਖੜੀ ਸੀ। ਯਿਸੂ ਨੇ ਸਿੱਧਾ ਖੜੇ ਹੋ ਕੇ ਉਸ ਨੂੰ ਵੇਖਿਆ ਅਤੇ ਉਸ ਨੂੰ ਕਿਹਾ, ਬੀਬੀ, ਉਹ ਸਾਰੇ ਕਿੱਥੇ ਹਨ? ਕਿ ਕਿਸੇ ਨੇ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਇਆ? ਉਸਨੇ ਕਿਹਾ,
ਕਿਸੇ ਨੇ ਨਹੀਂ ਪ੍ਰਭੂ। ਯਿਸੂ ਨੇ ਕਿਹਾ, ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਜਾ ਅਤੇ ਫਿਰ ਪਾਪ ਨਾ ਕਰੀਂ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭੈਣੋ ਤੇ ਭਰਾਓ, ਅੱਜ ਦੀ ਜੋ ਅੰਜੀਲ ਵਿੱਚ ਅਸੀਂ ਇਸ ਵਿਚਾਰ ਕਰਦੀ ਫੜੀ ਗਈ ਔਰਤ ਬਾਰੇ ਕਹਾਣੀ ਸੁਣੀ ਹੈ, ਹੋ ਸਕਦਾ ਸਾਡੀ ਵੀ ਕਹਾਣੀ ਹੋਵੇ। ਜੇਕਰ ਇਸ ਗੁਨਾਹ ਦੇ ਕਰਕੇ ਨਹੀਂ ਜਾਂ ਕਿਸੇ ਹੋਰ ਗੁਨਾਹ, ਗਲਤੀ ਜਾਂ ਬੁਰਾਈ ਦੇ ਕਾਰਨ ਸਾਡੇ ਉੱਤੇ ਲੋਕਾਂ ਨੇ ਦੋਸ਼ ਲਾਏ ਹੋਣਗੇ, ਸਾਨੂੰ ਦੋਸ਼ੀ ਠਹਿਰਾਇਆ ਹੋਵੇਗਾ, ਸਾਡੇ ਉੱਤੇ ਅਪਰਾਧ ਲਾਏ ਗਏ ਹੋਣਗੇ, ਇਲਜ਼ਾਮ ਲਾਏ ਗਏ ਹੋਣਗੇ ਅਤੇ ਸਾਨੂੰ ਵੀ ਇਸ ਤਰ੍ਹਾਂ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਹੋਵੇਗਾ। ਪਰ ਉਸ ਸਮੇਂ ਸਾਡੇ ਕੋਲ ਕੋਈ ਅਜਿਹਾ ਸਬੂਤ ਨਹੀਂ ਹੈ ਕਿ ਅਸੀਂ ਆਪਣੀ ਜਾਂ ਬੇਗੁਨਾਹੀ ਨੂੰ ਜਾਂ ਫਿਰ ਆਪਣੇ ਇਨਸਾਫ ਦੇ ਵਿੱਚ ਦਇਆ ਦੀ ਮੰਗ ਕਰੀਏ ਜਾਂ ਕੁਝ ਕਹੀਏ। ਸ਼ਾਇਦ ਇਹੋ ਜਿਹਾ ਕੋਈ ਮੌਕਾ ਸਾਡੇ ਕੋਲ ਨਹੀਂ ਹੋਵੇਗਾ ਜਾਂ ਇਦਾਂ ਦੀ ਸੋਚ ਹੀ ਸਾਡੇ ਵਿੱਚ ਨਹੀਂ ਪੈਦਾ ਹੋਈ ਹੋਵੇਗੀ। ਪਿਆਰਿਓ, ਅੱਜ ਅਸੀਂ ਖਾਸ ਤੌਰ 'ਤੇ ਇਸ ਗੱਲ 'ਤੇ ਧਿਆਨ ਦੇਣਾ ਵਾ ਕਿ ਪ੍ਰਭੂ ਸਾਨੂੰ ਸੱਦਾ ਦੇ ਰਿਹਾ ਹੈ। ਪ੍ਰਭੂ ਤੁਹਾਡੇ ਗੁਨਾਹਾਂ ਗਲਤੀਆਂ ਨੂੰ ਨਹੀਂ ਦੇਖ ਰਿਹਾ। ਪ੍ਰਭੂ ਸਾਡੇ ਗੁਨਾਹ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਆ। ਜਿੰਨੇ ਮਰਜ਼ੀ ਵੱਡੇ ਗੁਨਾਹ ਹੋਣ, ਪ੍ਰਭੂ ਸਾਡੇ ਗੁਨਾਹ ਗਲਤੀਆਂ ਨੂੰ ਨਹੀਂ ਵੇਖ ਰਿਹਾ, ਨਜ਼ਰਅੰਦਾਜ਼ ਕਰਦਾ ਹੋਇਆ ਸਾਨੂੰ ਮੌਕੇ ਉੱਤੇ ਮੌਕਾ ਪ੍ਰਦਾਨ ਕਰ ਰਿਹਾ ਆ, ਆਪਣੀ ਦਇਆ ਸਾਡੇ ਉੱਤੇ ਪ੍ਰਗਟ ਕਰ ਰਿਹਾ ਆ, ਇਸ ਲਈ ਕਿ ਅਸੀਂ ਉਸ ਨੂੰ ਸਮਝ ਸਕੀਏ, ਪ੍ਰਭੂ ਦੇ ਵੱਲ ਵਾਪਸ ਮੁੜ ਸਕੀਏ। ਤਾਂ ਹੀ ਪ੍ਰਭੂ ਕਹਿੰਦਾ ਹੈ, ਜਾ ਮੈਂ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਜਾ ਤੇ ਮੁੜ ਕੇ ਪਾਪ ਨਾ ਕਰੀ। ਮੇਰੇ ਪਿਆਰਿਓ, ਜਦੋਂ ਅਸੀਂ ਇਸ ਘਟਨਾ ਨੂੰ ਧਿਆਨ ਨਾਲ ਵੇਖਦੇ ਹਾਂ, ਅਸੀਂ ਵੇਖਦੇ ਹਾਂ ਕਿ ਫਰੀਸੀ ਅਤੇ ਸਦੂਕੀ ਅਤੇ ਉਹ ਸਾਰੇ ਲੋਕ ਜਿਹੜੇ ਬਹੁਤ ਹੀ ਸਮੇਂ ਤੋਂ ਪ੍ਰਭੂ ਯਿਸੂ ਉੱਤੇ ਕੋਈ ਨਾ ਕੋਈ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿਸੇ ਨਾ ਕਿਸੇ ਕਾਰਨ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ, ਪਰ ਜਦੋਂ ਵੀ ਉਹ ਕੋਸ਼ਿਸ਼ ਕਰਦੇ ਆ ਉਦੋਂ ਹੀ ਉਹ ਅਸਫਲ ਹੋ ਜਾਂਦੇ ਆ, ਨਾਕਾਮ ਹੋ ਜਾਂਦੇ ਆ। ਅਸੀਂ ਪਹਿਲਾਂ ਹੀ ਵਚਨ ਵਿੱਚ ਸੁਣਿਆ ਹੋਵੇਗਾ, ਉਹ ਇੱਕ ਸਿੱਕਾ ਲੈ ਕੇ ਆਉਂਦੇ ਆ, ਕਹਿੰਦੇ ਆ, ਪ੍ਰਭੂ ਜੀ ਦੇਖੋ, ਸਾਨੂੰ ਕੈਸਰ ਨੂੰ ਜੋ ਸਮਰਾਟ ਆ, ਰਾਜਾ ਆ, ਉਸ ਨੂੰ ਟੈਕਸ ਦੇਣਾ ਚਾਹੀਦਾ ਹੈ ਜਾਂ ਨਹੀਂ। ਜੇਕਰ ਪ੍ਰਭੂ ਕਹਿੰਦਾ ਸਾਨੂੰ ਟੈਕਸ ਦੇਣਾ ਨਹੀਂ ਚਾਹੀਦਾ, ਤੇ ਪ੍ਰਭੂ ਕੀ ਕਰਦਾ ਹੈ, ਸਮਰਾਟ ਦੇ ਖਿਲਾਫ ਜਾਂਦਾ ਹੈ। ਸਮਰਾਟ ਦੇ ਖਿਲਾਫ ਜਾਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਤੇ ਪ੍ਰਭੂ ਦਾ ਜਵਾਬ ਉਹ ਸੁਣ ਕੇ ਕਹਿੰਦਾ ਹੈ, ਜੋ ਕੈਸਰ ਦਾ ਹੈ ਕੈਸਰ ਨੂੰ ਦਿਓ, ਜੋ ਖੁਦਾ ਦਾ ਹੈ ਖੁਦਾ ਨੂੰ ਦਿਓ। ਫਿਰ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ, ਬਹੁਤ ਸਾਰੀਆਂ ਯੋਜਨਾਵਾਂ ਤੇ ਵਿਉਂਤਾਂ ਬਣਾ ਕੇ ਬਾਰ-ਬਾਰ ਧੜੇ ਦੇ ਧੜੇ ਪ੍ਰਭੂ ਯਿਸੂ ਕੋਲ ਆਉਂਦੇ ਆ ਅਤੇ ਹਰ ਵਾਰ ਇਹ ਨਾਕਾਮਯਾਬ ਹੁੰਦੇ ਆ, ਅਸਫਲ ਹੁੰਦੇ ਆ। ਫਿਰ ਇੱਕ ਤਰ੍ਹਾਂ ਦੀ ਹੋਰ ਕੋਸ਼ਿਸ਼ ਕਰਦੀ ਆ, ਅਲੱਗ ਤਰ੍ਹਾਂ ਦੀ, ਇੱਕ ਔਰਤ ਨੂੰ ਜ਼ਰੀਆ ਬਣਾ ਕੇ ਪ੍ਰਭੂ ਉੱਤੇ ਦੋਸ਼ ਲਾਉਣ, ਇਲਜ਼ਾਮ ਲਾਉਣ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਚੱਕਰ ਵਿੱਚ ਇੱਕ ਔਰਤ ਨੂੰ ਪ੍ਰਭੂ ਦੇ ਸਾਹਮਣੇ ਲੈ ਕੇ ਆਉਂਦੀ ਆ। ਹੁਣ ਉਸ ਸਮੇਂ ਪ੍ਰਭੂ ਯਿਸੂ ਦੇ ਸਮੇਂ ਵਿੱਚ ਇਸਰਾਇਲ ਧਰਤੀ ਉੱਤੇ ਰੋਮਨ ਸ਼ਾਸਕਾਂ ਦਾ ਰਾਜ ਸੀ। ਜਿਨ੍ਹਾਂ ਦਾ ਰਾਜ ਹੋਵੇ ਉਹ ਕਦੀ ਇਹ ਨਹੀਂ ਚਾਹੁੰਦੇ ਕਿ ਸਾਡੇ ਤੋਂ ਖਿਲਾਫ ਜਾਂ ਸਾਡੇ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਚੀਜ਼ ਦਾ ਨਿਆਂ ਕਰਨ। ਉਹ ਚਾਹੁੰਦੀ ਹੈ ਕਿ ਸਾਰੇ ਇਖਤਿਆਰ, ਸਾਰੇ ਅਧਿਕਾਰ ਸਾਡੇ ਕੋਲ ਹੀ ਹੋਣ, ਚਾਹੇ ਕਿਸੇ ਨੂੰ ਮੌਤ ਦੀ ਸਜ਼ਾ ਦੇਣੀ ਹੈ ਜਾਂ ਕਿਸੇ ਨੂੰ ਪਥਰਾਵ ਕਰਨ ਦੀ ਸਜ਼ਾ ਦੇਣੀ ਹੈ, ਕਿਸੇ ਵੀ ਤਰ੍ਹਾਂ ਦਾ ਅਧਿਕਾਰ ਹੈ ਉਹਨਾਂ ਕੋਲ ਆਪਣੇ ਕੋਲ ਹੀ ਹੋਣੇ ਚਾਹੀਦੇ ਆ। ਇਹ ਸਾਨੂੰ ਸਾਰੇ ਭਾਰਤੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਜਦੋਂ ਸਾਡੇ ਦੇਸ਼ ਵਿੱਚ ਅੰਗਰੇਜ਼ੀ ਰਾਜ ਚੱਲਦਾ ਸੀ, ਉਸ ਰਾਜ ਵਿੱਚ ਸਾਰੇ ਅਧਿਕਾਰ ਉਹਨਾਂ ਕੋਲ ਹੀ ਸਨ, ਕਿਸੇ ਵੀ ਚੀਜ਼ ਦੀ ਛੋਟ ਨਹੀਂ ਸੀ। ਠੀਕ ਉਸੇ ਤਰੀਕੇ ਨਾਲ ਪ੍ਰਭੂ ਦੇ ਸਮੇਂ ਵਿੱਚ ਵੀ ਇਹ ਲੋਕ ਜਾਣਦੇ ਸਨ ਕਿ ਜੇਕਰ ਅਸੀਂ ਪ੍ਰਭੂ ਨੂੰ ਇੱਕ ਨਿਆਧੀਸ਼ ਜਾਂ ਨਿਆਂ ਕਰਨ ਵਾਲਾ ਲੋਕਾਂ ਦੇ ਸਾਹਮਣੇ ਬਣਾ ਕੇ ਪੇਸ਼ ਕਰਦੇ ਹਾਂ, ਤਾਂ ਪ੍ਰਭੂ ਕੀ ਕਰੇਗਾ, ਨਿਆਂ ਕਰੇਗਾ, ਤੇ ਜੋ ਨਿਆਂ ਕਰਨ ਦਾ ਅਧਿਕਾਰ ਹੈ ਉਹ ਰੋਮਨ ਸ਼ਾਸਕਾਂ ਦੇ ਕੋਲ ਹੈ। ਜੇ ਇਸ ਤਰ੍ਹਾਂ ਕਰੇਗਾ ਤਾਂ ਕੀ ਆ, ਪ੍ਰਭੂ ਆਪਣੇ ਆਪ ਦੋਸ਼ੀ ਠਹਿਰਾਇਆ ਜਾਵੇਗਾ
ਤੇ ਇਹ ਜੋ ਰੋਮਨ ਸਿਪਾਹੀ ਆ ਉਸ ਨੂੰ ਆਪਣੇ ਆਪ ਗ੍ਰਿਫਤਾਰ ਕਰਕੇ ਲੈ ਜਾਣਗੇ। ਇਸ ਕਰਕੇ ਉਹ ਇਹ ਸਾਜ਼ਿਸ਼ ਕਰਦੇ ਹੋਏ, ਜੇਕਰ ਆਪਾਂ ਅੱਜ ਦੀ ਅੰਜੀਲ ਦੇ ਪਹਿਲੇ ਅਧਿਆਇ ਨੂੰ ਪੜ੍ਹਦੇ, ਮਤਲਬ ਕਿ ਅੱਜ ਆਪਾਂ 8ਵੇਂ ਅਧਿਆਇ ਵਿੱਚ ਪੜ੍ਹਿਆ ਵਾ, ਯਹੋਨਾ ਦੀ ਅੰਜੀਲ ਦੇ 7ਵੇਂ ਅਧਿਆਇ ਵਿੱਚ ਆਪਾਂ 50 ਤੋਂ 54 ਆਇਤ ਤੱਕ ਪੜ੍ਹਦੇ ਹਾਂ। ਖਾਸ ਤੌਰ 'ਤੇ ਆਪਾਂ ਪੜ੍ਹ ਕੇ ਵੇਖਾਂਗੇ 45 ਤੋਂ 53 ਆਇਤ। ਆਪਾਂ ਵੇਖਦੇ ਹਾਂ ਕਿ ਉਹ ਸਾਰੇ ਇੱਦਾਂ ਦੀਆਂ ਗੱਲਾਂ ਕਰਦੇ ਕਰਦੇ ਵਾਪਸ ਚਲੇ ਜਾਂਦੇ ਆ, ਅਤੇ ਪ੍ਰਭੂ ਯਿਸੂ ਉਸੇ ਹੀ ਰਾਤ ਜੈਤੂਨ ਪਹਾੜ ਵੱਲ ਚਲਾ ਜਾਂਦਾ ਹੈ। ਅਤੇ ਅਗਲਾ ਦਿਨ ਜਦੋਂ ਸਵੇਰ ਹੁੰਦੀ ਹੈ, ਪ੍ਰਭੂ ਯਿਸੂ ਫਿਰ ਹੈਕਲ ਵਿੱਚ ਆ ਜਾਂਦੇ ਆ। ਉਸੇ ਹੀ ਰਾਤ ਨੂੰ ਇਹ ਇੱਕ ਔਰਤ ਨੂੰ ਫੜ ਕੇ ਲੈ ਕੇ ਆਉਂਦੇ ਆ ਜੋ ਵਿਚਾਰ ਕਰਦੀ ਫੜੀ ਗਈ ਆ। ਹੁਣ ਉਹਨਾਂ ਦਾ ਵਿਧਾਨ ਕੀ ਆ? ਵਿਧਾਨ ਯਾਨੀ ਕਿ ਨਿਯਮ ਕੀ ਆ? ਨਿਯਮ ਜੋ ਕਾਨੂੰਨ ਹੈ, ਉਹਨਾਂ ਦਾ ਕਾਨੂੰਨ ਇਹ ਕਹਿੰਦਾ ਹੈ। ਅਸੀਂ ਖਾਸ ਤੌਰ 'ਤੇ ਵਚਨ ਪੜ੍ਹਦੇ ਹਾਂ ਵਿਵਸਥਾ ਸਾਰ ਦੀ ਪੁਸਤਕ ਵਿੱਚੋਂ, ਉਸ ਦਾ 22 ਅਧਿਆਏ 21 ਆਇਤ। ਉਹਦੇ ਵਿੱਚ ਲਿਖਿਆ, ਤੁਸੀਂ ਉਸ ਲੜਕੀ ਨੂੰ ਉਸ ਦੇ ਪਿਤਾ ਦੇ ਘਰ ਦੇ ਸਾਹਮਣੇ ਲੈ ਜਾਣਾ, ਉੱਥੇ ਉਸ ਨੂੰ ਉਸ ਨਗਰ ਦੇ ਲੋਕ ਪੱਥਰਾਂ ਨਾਲ ਮਾਰ ਕੇ ਪਥਰਾਓ ਕਰਨ, ਕਿਉਂਕਿ ਉਹ ਆਪਣੇ ਪਿਤਾ ਦੇ ਘਰ ਰਹਿ ਕੇ ਵੇਸਵਾ ਵਰਗਾ ਕੰਮ ਕਰਕੇ ਇਸਰਾਏਲ ਕੌਮ ਲਈ ਤੱਬੇ ਦਾ ਕਾਰਨ ਬਣੀ। ਫਿਰ ਆਪਾਂ ਵੇਖਦੇ ਹਾਂ ਇਸ ਤੋਂ ਬਿਲਕੁਲ ਅਗਲੀ ਐਤ। ਜਦੋਂ ਅਸੀਂ ਅੱਜ ਦੀ ਘਟਨਾ ਵੱਲ ਖਾਸ ਤੌਰ 'ਤੇ ਧਿਆਨ ਲਾਉਂਦੇ ਹਾਂ ਤੇ ਸਾਰੇ ਦੋਸ਼ ਉਸ ਔਰਤ ਉੱਤੇ ਲਗਾ ਰਹੇ ਆ ਕਿ ਉਹ ਔਰਤ ਵਿਚਾਰ ਕਰਦੀ ਫੜੀ ਗਈ, ਪਰ ਇਹ ਉਸ ਆਦਮੀ ਵੱਲ ਧਿਆਨ ਨਹੀਂ ਲਾਉਂਦੇ ਜੋ ਉਸੇ ਹੀ ਬੁਰੇ ਕੰਮ ਦੇ ਵਿੱਚ ਉਸ ਦੇ ਨਾਲ ਸ਼ਾਮਲ ਹੈ। ਜੇਕਰ ਵਿਵਸਥਾ ਸਾਰ ਦੇ ਇਸ ਐਤ ਉੱਤੇ ਆਪਾਂ ਧਿਆਨ ਲਾਈਏ ਤੇ ਅਗਲੀ ਐਤ ਵਿੱਚ ਹੀ ਇਸ ਤਰ੍ਹਾਂ ਕਿਹਾ ਗਿਆ। ਉਹ ਕਹਿੰਦਾ, ਪ੍ਰਭੂ ਦਾ ਵਚਨ ਕਹਿੰਦਾ ਕਿ ਉਸ ਔਰਤ ਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਆ, ਤੇ ਉਸ ਆਦਮੀ ਨੂੰ ਵੀ, ਸਿਰਫ ਔਰਤ ਨੂੰ ਹੀ ਨਹੀਂ, ਆਦਮੀ ਨੂੰ ਵੀ, ਕਿਉਂਕਿ ਬਰਾਬਰ ਦੇ ਉਸ ਅਪਰਾਧ ਦੇ ਵਿੱਚ ਸ਼ਾਮਲ ਹਨ। ਅਗਲੀ ਐਤ ਆਪਾਂ ਪੜ੍ਹਦੇ ਹਾਂ ਵਿਵਸਥਾ ਸਾਰ ਦੀ ਪੁਸਤਕ ਵਿੱਚੋਂ 22 ਅਧਿਆਇ ਦੀ 22 ਐਤ। ਜੇਕਰ ਕੋਈ ਆਦਮੀ ਕਿਸੇ ਵਿਆਹੀ ਔਰਤ ਨਾਲ ਸੰਗ ਕਰਦਾ ਫੜਿਆ ਜਾਵੇ ਤਾਂ ਉਹ ਦੋਵੇਂ ਮਾਰ ਦਿੱਤੇ ਜਾਣ, ਯਾਨੀ ਕਿ ਦੋਵਾਂ ਨੂੰ ਇੱਕੋ ਜਿਹੀ ਸਜ਼ਾ ਦਿੱਤੀ ਜਾਵੇ। ਪਰ ਇੱਥੇ ਲੋਕ ਕੀ ਕਰਦੇ ਆ? ਇਹ ਸਿਰਫ ਔਰਤ ਨੂੰ ਹੀ ਲੈ ਕੇ ਆਉਂਦੇ ਆ, ਉਸ ਉੱਤੇ ਹੀ ਸਾਰੇ ਦੋਸ਼ ਲਾਉਂਦੇ ਹੋਏ ਉਸ ਨੂੰ ਪ੍ਰਭੂ ਅੱਗੇ ਪੇਸ਼ ਕਰਦੇ ਆ, ਇਹ ਜਾਣਨ ਲਈ ਕਿ ਪ੍ਰਭੂ ਉਸ ਦਾ ਨਿਆਂ ਕਰੇਗਾ ਤੇ ਜੋ ਪੁਰਾਣੇ ਵਿਧਾਨ ਵਿੱਚ ਲਿਖਿਆ ਹੈ, ਜੋ ਹੁਕਮ ਆ, ਜੋ ਨਿਯਮ ਆ, ਉਹ ਨਿਯਮਾਂ ਨੂੰ ਉਹਦੇ ਉੱਤੇ ਲਾਗੂ ਕਰਦੇ ਆ, ਉਸ ਨੂੰ ਸਜ਼ਾ ਦੇਵੇਗਾ। ਇਸ ਸੋਚੇ ਨਾਲ ਉਹ ਪ੍ਰਭੂ ਦੇ ਕੋਲ ਇਸ ਔਰਤ ਨੂੰ ਫੜ ਕੇ ਲੈ ਕੇ ਆਉਂਦੇ ਆ। ਹੁਣ ਪ੍ਰਭੂ ਉਹਨਾਂ ਦੇ ਦਿਲਾਂ ਨੂੰ, ਉਹਨਾਂ ਦੀਆਂ ਸੋਚਾਂ ਤੇ ਵਿਚਾਰਾਂ ਨੂੰ ਜਾਣਦਾ ਹੈ ਕਿ ਇਹ ਸਭ ਕਿਉਂ ਕਰ ਰਹੇ ਆ। ਪਿਆਰਿਓ, ਜਿੰਨੇ ਵੀ ਪੁਰਾਣੇ ਨੇਮ ਦੇ ਵਿੱਚ ਨਿਯਮ ਅਤੇ ਹੁਕਮ ਹਨ, ਜੇਕਰ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਾਂਗੇ ਤਾਂ ਅਸੀਂ ਲਕੀਰ ਦੇ ਫਕੀਰ ਕਹਾਏ ਜਾਵਾਂਗੇ। ਤੁਹਾਨੂੰ ਯਾਦ ਹੋਏਗਾ ਕਿ ਇੱਕ ਅਮੀਰ ਆਦਮੀ ਪ੍ਰਭੂ ਯਿਸੂ ਮਸੀਹ ਕੋਲ ਆਉਂਦਾ ਹੈ ਤੇ ਕਹਿੰਦਾ ਹੈ, ਪ੍ਰਭੂ ਅਨੰਤ ਜੀਵਨ ਪ੍ਰਾਪਤ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਪ੍ਰਭੂ ਕਹਿੰਦਾ 10 ਹੁਕਮਾਂ ਦੀ ਪਾਲਣਾ ਕਰੋ। ਤੇ ਉਹ ਬੜੇ ਮਾਣ ਦੇ ਨਾਲ ਕਹਿੰਦਾ ਹੈ, ਪ੍ਰਭੂ ਜੀ ਮੈਂ ਤਾਂ ਇਹ ਆਪਣੇ ਬਚਪਨ ਤੋਂ ਹੀ ਕਰਦਾ ਆ ਰਿਹਾ, ਯਾਨੀ ਕਿ ਸਾਰੇ ਹੁਕਮਾਂ ਨਿਯਮਾਂ ਦੀ ਮੈਂ ਪਾਲਣਾ ਬਚਪਨ ਤੋਂ ਹੀ ਕਰਦਾ ਆ ਰਿਹਾ। ਕੀ ਮੈਂ ਪੂਰਨ ਨਹੀਂ ਆ ਜਾਂ ਸੰਪੂਰਨ ਨਹੀਂ ਆ? ਕੀ ਮੇਰੇ ਵਿੱਚ ਸੰਪੂਰਨਤਾ ਹਾਲੇ ਤੱਕ ਆਈ ਨਹੀਂ ਹੈ? ਕੀ ਕੋਈ ਮੇਰੇ ਵਿੱਚ ਕਮੀ ਹੈ? ਤੇ ਪ੍ਰਭੂ ਉਸ ਦੇ ਵਿੱਚ ਕਮੀ ਨੂੰ ਲੱਭਦਾ ਹੋਇਆ ਕਹਿੰਦਾ ਹੈ, ਹਲੇ ਵੀ ਤੇਰੇ ਵਿੱਚ ਇੱਕ ਚੀਜ਼ ਦੀ ਘਾਟ ਹੈ। ਤੇਰੇ ਵਿੱਚ ਜੋ ਅਟੈਚਮੈਂਟ ਆ, ਉਸ ਦੇ ਪ੍ਰਤੀ ਜੋ ਲਗਾਵ ਹੈ, ਤਾਂਦੁਲ ਦੇ ਪ੍ਰਤੀ ਲਗਾਵ ਹੈ, ਉਹ ਜ਼ਿਆਦਾ ਹੈ। ਯਾਨੀ ਕਿ ਜੋ ਹੁਕਮ ਆ, ਨਿਯਮ ਆ, ਇਹਨਾਂ ਨੂੰ ਸਿਰਫ ਆਪਾਂ ਇਸ ਤਰੀਕੇ ਨਾਲ ਮੰਨਦੇ ਹਾਂ ਕਿ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੇਕਰ ਇਸ ਸੋਚਣਾ ਆਪਾਂ ਕਰਾਂਗੇ ਤਾਂ ਉਹਦੀ ਸੱਚਾਈ ਕੀ ਹੈ, ਉਹਦਾ ਫਾਇਦਾ ਸਾਨੂੰ ਕੀ ਹੋਵੇਗਾ, ਉਹ ਕਦੀ ਵੀ ਅਸੀਂ ਪ੍ਰਾਪਤ ਨਹੀਂ ਕਰ ਸਕਾਂਗੇ। ਕੁਛ ਇਸੇ ਤਰੀਕੇ ਨਾਲ ਇਹ ਫਰੀਸੀ ਅਤੇ ਸਦੂਕੀ ਪੁਰਾਣੇ ਨੇਮ ਦੇ ਹੁਕਮਾਂ ਤੇ ਨਿਯਮਾਂ ਦੀ ਪਾਲਣਾ ਕਰਦੇ ਰਹਿੰਦੇ ਆ, ਤੇ ਉਸੇ ਤਰੀਕੇ ਨਾਲ ਕੀ ਕਰਦੇ ਪਏ ਆ, ਬਾਕੀਆਂ ਨੂੰ ਵੀ ਦੂਜਿਆਂ ਉੱਤੇ ਕੀ ਕਰਦੇ ਪਏ ਆ, ਇਸ ਦੇ ਭਾਰ ਨੂੰ, ਇਸ ਦੇ ਬੋਝ ਨੂੰ ਉਹਨਾਂ ਉੱਤੇ ਲੱਦਦੇ ਪਏ ਆ ਵੀ ਜਿਸ ਤਰ੍ਹਾਂ ਅਸੀਂ ਪਾਲਣਾ ਕਰਦੇ ਪਏ ਆ, ਤੁਸੀਂ ਵੀ ਉਸੇ ਤਰੀਕੇ ਨਾਲ ਕਰੋ, ਯਾਨੀ ਕਿ ਲਕੀਰ ਦੇ ਫਕੀਰ ਬਣ ਜਾਓ। ਅਸਲ ਵਿੱਚ ਜੇਕਰ ਆਪਾਂ ਵਚਨ ਪੜ੍ਹੀਏ ਯਹੋਨਾ ਦੀ ਅੰਜੀਲ ਦੇ ਵਿੱਚੋਂ ਹੀ ਆਪਾਂ ਵਚਨ ਪੜ੍ਹਦੇ ਹਾਂ
यूहन्ना दी अंजील उसका 1 अध्याय ਦੀ 17 ਆਇਤ ਵਚਨ ਵਿੱਚ ਇਸ ਤਰ੍ਹਾਂ ਲਿਖਿਆ, ਧਰਮ ਵਿਧਾਨ ਤਾਂ ਮੂਸਾ ਰਾਹੀਂ ਦਿੱਤਾ ਗਿਆ ਸੀ, ਪਰ ਫਜ਼ਲ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਆਏ। ਯਾਨੀ ਕਿ ਖੁਦਾ ਨੇ ਮੂਸਾ ਰਾਹੀਂ ਸਾਰੇ ਨਿਯਮ ਦਿੱਤੇ, ਸਾਰੇ ਵਿਧਾਨ ਦਿੱਤੇ, ਸਾਰੇ ਹੁਕਮ ਦਿੱਤੇ, ਪਰ ਜੋ ਉਹਦੇ ਵਿੱਚ ਫਜ਼ਲ ਅਤੇ ਸੱਚਾਈ ਆ ਉਹ ਪ੍ਰਭੂ ਯਿਸੂ ਦੇ ਆਉਣ ਦੇ ਨਾਲ ਉਹਦੇ ਵਿੱਚ ਪੈਦਾ ਹੁੰਦੀ ਹੈ। ਯਾਨੀ ਕਿ ਪ੍ਰਭੂ ਯਿਸੂ ਉਸ ਦੇ ਵਿੱਚ ਫਜ਼ਲ ਅਤੇ ਸੱਚਾਈ ਨੂੰ ਪੈਦਾ ਕਰਦੇ ਹਨ। ਹੁਣ ਆਪਾਂ ਵੇਖੀਏ ਕਿ ਜਦੋਂ ਇਹ ਔਰਤ ਪ੍ਰਭੂ ਯਿਸੂ ਅੱਗੇ ਪੇਸ਼ ਕੀਤੀ ਜਾਂਦੀ ਹੈ, ਪ੍ਰਭੂ ਯਿਸੂ ਉਸ ਨੂੰ ਕੁਛ ਨਹੀਂ ਕਹਿੰਦਾ। ਸਾਰੇ ਲੋਕ ਕਹਿ ਰਹੇ ਆ, ਪ੍ਰਭੂ ਇਸ ਨੂੰ ਦੱਸੋ ਕਿ ਇਸ 'ਤੇ ਦੋਸ਼ ਕੀ ਹੈ ਅਤੇ ਉਸੇ ਤਰੀਕੇ ਨਾਲ ਇਸ ਨੂੰ ਸਜ਼ਾ ਸੁਣਾਓ। ਤੇ ਪ੍ਰਭੂ ਕੀ ਕਰਦਾ ਹੈ? ਪ੍ਰਭੂ ਜ਼ਮੀਨ ਉੱਤੇ ਬੈਠ ਕੇ ਕੁਛ ਲਿਖਣਾ ਸ਼ੁਰੂ ਕਰ ਦਿੰਦਾ ਹੈ। ਕੀ ਲਿਖਦਾ ਹੈ? ਕੀ ਉਹ ਔਰਤ ਦੇ ਗੁਨਾਹ ਲਿਖ ਰਿਹਾ ਹੈ? ਕੀ ਉਹ ਸਾਰੇ ਫਰੀਸੀ ਜੋ ਲੋਕ ਉਸ ਨੂੰ ਫੜ ਕੇ ਲੈ ਕੇ ਆ ਉਹਨਾਂ ਦੇ ਗੁਨਾਹ ਗਲਤੀਆਂ ਲਿਖ ਰਿਹਾ ਆ? ਨਹੀਂ। ਹੁਣੀ ਜੋ ਆਪਾਂ ਵਚਨ ਪੜ੍ਹਿਆ, ਫਜ਼ਲ ਅਤੇ ਸੱਚਾਈ ਤੋਂ ਯਿਸੂ ਮਸੀਹ ਦੇ ਰਾਹੀਂ ਆਏ। ਯਾਨੀ ਕਿ ਪ੍ਰਭੂ ਜ਼ਮੀਨ ਉੱਤੇ ਬੈਠ ਕੇ ਕੀ ਲਿਖ ਰਿਹਾ ਆ? ਫਜ਼ਲ, ਸੱਚਾਈ, ਤੇ ਮੈਂ ਉਹਦੇ ਨਾਲ ਇੱਕ ਹੋਰ ਸ਼ਬਦ ਜੋੜ ਰਿਹਾ ਆ, ਦਇਆ। ਤੋ ਯਿਸੂ ਇਹ ਗੱਲਾਂ ਲਿਖ ਰਿਹਾ ਆ, ਸੱਚਾਈ, ਫਜ਼ਲ ਅਤੇ ਦਇਆ। ਪ੍ਰਭੂ ਦਾ ਵਚਨ ਇੱਕ ਹੋਰ ਪੜ੍ਹਦੇ ਹਾਂ, ਸੰਤ ਯੂਹੰਨਾ ਦੀ ਅੰਜੀਲ ਵਿੱਚੋਂ ਹੀ ਉਸ ਦਾ 3 ਅਧਿਆਏ 17 ਆਇਤ ਵਚਨ ਕਹਿੰਦਾ, ਖੁਦਾ ਨੇ ਸੱਚੀ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਘੱਲਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਵੇ, ਸਗੋਂ ਇਸ ਲਈ ਘੱਲਿਆ ਹੈ ਕਿ ਸੰਸਾਰ ਉਸ ਦੇ ਰਾਹੀਂ ਮੁਕਤੀ ਪਾਵੇ। ਪ੍ਰਭੂ ਉਸ ਉੱਤੇ ਦੋਸ਼ ਨਹੀਂ ਲਾਉਂਦਾ। ਪ੍ਰਭੂ ਉਸ ਨੂੰ ਕੋਈ ਵੀ ਇੱਦਾਂ ਦਾ ਸਜ਼ਾ ਨਹੀਂ ਸੁਣਾਉਂਦਾ ਜੋ ਪੁਰਾਣੇ ਨਿਯਮ ਵਿੱਚ ਲਿਖੀ ਗਈ ਹੈ, ਨਿਯਮਾਂ ਅਤੇ ਹੁਕਮਾਂ ਦੇ ਅਨੁਸਾਰ ਲਿਖੀ ਗਈ ਹੈ। ਇਹ ਲੋਕ ਜੋ ਉਸ ਉੱਤੇ ਦੋਸ਼ ਲਾ ਰਹੇ ਆ, ਇਹਨਾਂ ਨੇ ਕਦੀ ਵੀ ਖੁਦਾ ਦੇ ਵਚਨ, ਨਿਯਮਾਂ, ਹੁਕਮਾਂ ਦੇ ਵਿੱਚੋਂ ਸੱਚਾਈ ਅਤੇ ਫਜ਼ਲ ਨੂੰ ਕਦੀ ਵੀ ਪ੍ਰਾਪਤ ਨਹੀਂ ਕੀਤਾ। ਆਪਾਂ ਵੀ ਇਸੇ ਤਰ੍ਹਾਂ ਹੀ ਹੋਵਾਂਗੇ ਜੇਕਰ ਖੁਦਾ ਦੇ ਵਚਨ ਨੂੰ ਆਪਾਂ ਉੱਪਰੋਂ ਹੀ ਪੜ੍ਹਦੇ ਰਹਾਂਗੇ, ਉਸ ਉੱਤੇ ਕਦੀ ਧਿਆਨ ਨਹੀਂ ਲਾਵਾਂਗੇ, ਉਹਦਾ ਜੋ ਮਕਸਦ ਹੈ ਉਸ ਨੂੰ ਕਦੇ ਨਹੀਂ ਜਾਣਾਂਗੇ। ਨਾ ਸਾਨੂੰ ਫਜ਼ਲ ਹਾਸਲ ਹੋਵੇਗਾ, ਨਾ ਸਾਨੂੰ ਇਹ ਸਮਝ ਹਾਸਲ ਹੋਵੇਗੀ ਕਿ ਅਸੀਂ ਉਹਦੇ ਵਿੱਚੋਂ ਜੋ ਸੱਚ ਹੈ ਸੱਚ ਨੂੰ ਜਾਣ ਸਕੀਏ, ਅਤੇ ਨਾ ਹੀ ਸਾਨੂੰ ਕਦੀ ਪ੍ਰਭੂ ਦੀ ਦਇਆ ਹਾਸਲ ਹੋਵੇਗੀ। ਪਿਆਰਿਓ, ਪ੍ਰਭੂ ਯਿਸੂ ਕਿਸੇ 'ਤੇ ਦੋਸ਼ ਨਹੀਂ ਲਾ ਰਿਹਾ। ਪ੍ਰਭੂ ਕੀ ਲਿਖਦਾ ਪਿਆ ਆ? ਫਜ਼ਲ ਹਾਸਲ ਕਰੋ, ਸੱਚਾਈ, ਸੱਚ ਨੂੰ ਜਾਣੋ। ਇਹਨਾਂ ਵਚਨਾਂ ਨੂੰ, ਨਿਯਮਾਂ ਨੂੰ, ਖੁਦਾ ਦੇ ਵਚਨ ਨੂੰ ਸਮਝ ਕੇ ਧਿਆਨ ਨਾਲ ਪੜ੍ਹੋ। ਉਹਦੇ ਵਿੱਚੋਂ ਸੱਚਾਈ ਹਾਸਲ ਹੋਏਗੀ, ਉਹਦੇ ਵਿੱਚੋਂ ਫਜ਼ਲ ਹਾਸਲ ਹੋਵੇਗਾ, ਨਾਲ ਹੀ ਸਾਨੂੰ ਖੁਦਾ ਦੀ ਦਇਆ ਵੀ ਪ੍ਰਾਪਤ ਹੋਵੇਗੀ, ਕਿਉਂਕਿ ਪ੍ਰਭੂ ਸਾਡੇ ਉੱਤੇ ਦੋਸ਼ ਨਹੀਂ ਲਾਉਣਾ ਚਾਹੁੰਦਾ। ਜਦੋਂ ਅਸੀਂ ਮੈਂ ਇਕਬਾਲ ਪੜ੍ਹਦੇ ਹਾਂ, ਹਰ ਵਾਰੀ ਆਪਾਂ ਕਹਿੰਦੇ ਹਾਂ, ਮੈਂ ਸੋਚਣਾ, ਬੋਲਣਾ, ਕਰਨਾ ਗੁਨਾਹ ਕੀਤੇ ਆ, ਅਣਗਹਿਲੀ ਨਾਲ ਵੀ ਜੋ ਗੁਨਾਹ ਕੀਤੇ ਆ, ਯਾਨੀ ਕਿ ਉਹ ਵੀ ਕੰਮ ਗੁਨਾਹ ਹਨ ਜਿਨ੍ਹਾਂ ਦਾ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਉਹਨਾਂ ਨੂੰ ਨਾ ਕਰੀਏ, ਅਤੇ ਨਾਲ ਹੀ ਆਪਾਂ ਉਹ ਕੰਮ ਨਹੀਂ ਕੀਤੇ ਜਿਨ੍ਹਾਂ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਉਹ ਕਰਨੇ ਚਾਹੀਦੇ ਆ। ਯਾਨੀ ਕਿ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਸੀ ਉਹ ਅਸੀਂ ਨਹੀਂ ਕੀਤੇ, ਤਾਂ ਵੀ ਅਸੀਂ ਕੀ ਕੀਤਾ ਵਾ? ਗੁਨਾਹ ਕੀਤਾ। ਜੇ ਕੋਈ ਭੈਣ ਭਰਾ ਗਾਲਾਂ ਕੱਢਦਾ, ਲੜਾਈ ਝਗੜਾ ਕਰਦਾ ਵਾ, ਇੱਦਾਂ ਦੀਆਂ ਬੁਰਾਈਆਂ ਕਰਦਾ, ਆਪਾਂ ਜੇਕਰ ਉਸ ਨੂੰ ਕਹਿੰਦੇ ਨਹੀਂ ਹੈ ਕਿ ਹਾਂਜੀ ਇਹ ਗਲਤ ਆ, ਉਸ ਨੂੰ ਨਹੀਂ ਸਮਝਾਉਂਦੇ, ਆਪਣਾ ਫਰਜ਼ ਪੂਰਾ ਨਹੀਂ ਕਰਦੇ, ਉਹ ਵੀ ਕੀ ਆ? ਗਲਤੀ ਆ, ਗੁਨਾਹ ਆ। ਆਪਾਂ ਇਸ ਵਚਨ ਨੂੰ ਕਿਸ ਤਰ੍ਹਾਂ ਭੁੱਲ ਜਾਂਦੇ ਹਾਂ ਜੋ ਜ਼ਬੂਰ 51 ਉਹਦੇ 5-6 ਆਇਤ ਵਿੱਚ ਲਿਖਿਆ ਗਿਆ ਹੈ, ਮੈਨੂੰ ਵਿੱਚ ਗੁਨਾਹ ਦੇ ਜੰਮਿਆ ਮੇਰੀ ਮਾਈ, ਮੈਂ ਜਨਮ ਤੋਂ ਹੀ ਪਾਪੀ ਹਾਂ। ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਗੁਨਾਹ ਗਲਤੀਆਂ ਕਰਦੇ ਰਹਿੰਦੇ ਹਾਂ, ਸੋਚਣ ਨਾਲ ਜਾਂ ਆਪਣੀਆਂ ਕੀ ਕਹਿੰਦੇ ਆ ਬੋਲਣ ਨਾਲ ਜਾਂ ਗੱਲਾਂ ਦੇ ਨਾਲ ਜਾਂ ਕੰਮਾਂ ਦੇ ਨਾਲ ਅਸੀਂ ਹਰ ਸਮੇਂ, ਤਕਰੀਬਨ ਹਰ ਸਮੇਂ ਗੁਨਾਹ ਦੇ ਅਸਰ ਵਿੱਚ ਹੀ ਰਹਿੰਦੇ ਹਾਂ। ਫਿਰ ਕਿਸ ਤਰ੍ਹਾਂ ਅਸੀਂ ਦੂਜਿਆਂ 'ਤੇ ਦੋਸ਼ ਲਾ ਸਕਦੇ ਹਾਂ? ਇਸੇ ਕਰਕੇ ਪ੍ਰਭੂ ਉਹਨਾਂ ਨੂੰ ਕਹਿੰਦਾ ਆ, ਤੁਹਾਡੇ ਵਿੱਚੋਂ ਜਿਸ ਕਿਸੇ ਨੇ ਗੁਨਾਹ ਨਹੀਂ ਕੀਤਾ, ਜੋ ਬਿਲਕੁਲ ਨਿਰਦੋਸ਼ ਹੈ, ਜੋ ਬਿਲਕੁਲ ਸ਼ੁੱਧ ਅਤੇ ਪਵਿੱਤਰ ਹੈ, ਉਹੀ ਪਹਿਲਾਂ ਆਵੇ, ਪੱਥਰ ਚੁੱਕੇ ਅਤੇ ਪਹਿਲਾ ਪੱਥਰ ਇਸ ਔਰਤ ਨੂੰ ਮਾਰੇ। ਜਦੋਂ ਉਹਨਾਂ ਨੂੰ ਇਹ ਗੱਲ ਸੁਣਾਈ ਦਿੱਤੀ ਜਾਂਦੀ ਹੈ, ਸ਼ਾਇਦ ਉਸੇ ਹੀ ਉਹਨਾਂ ਵਿੱਚ ਸੱਚਾਈ ਪੈਦਾ ਹੁੰਦੀ ਹੈ ਕਿ ਹਾਂ ਇਹੀ ਸੱਚ ਹੈ। ਸੱਚ ਕੀ ਹੈ? ਮੈਂ ਤਾਂ ਖੁਦ ਦੋਸ਼ੀ ਹਾਂ,
ਦੋਸ਼ੀ ਹੋਣ ਦੇ ਨਾਤੇ ਮੈਂ ਕਿਸ ਤਰ੍ਹਾਂ ਦੂਜੇ ਉੱਤੇ ਦੋਸ਼ ਲਾ ਸਕਦਾ ਹਾਂ ਤੇ ਮੈਂ ਕਿਸ ਤਰ੍ਹਾਂ ਦੂਜੇ ਨੂੰ ਸਜ਼ਾ ਦੇ ਸਕਦਾ। ਸਜ਼ਾ ਦੇਣ ਦਾ ਅਧਿਕਾਰ ਸਿਰਫ ਤੇ ਸਿਰਫ ਖੁਦਾ ਦਾ ਹੈ। ਸਾਰੇ ਅਧਿਕਾਰ ਖੁਦਾ ਤੱਕ ਸੀਮਤ ਆ। ਅਸੀਂ ਖੁਦਾ ਦੀ ਜਗ੍ਹਾ ਨਹੀਂ ਲੈ ਸਕਦੇ। ਪਿਆਰਿਓ, ਖੁਦਾ ਸਾਨੂੰ ਸੱਦਾ ਦੇ ਰਿਹਾ ਆ, ਉਹਦੇ ਫਜ਼ਲ ਵਿੱਚ ਹਿੱਸਾ ਲਈਏ, ਸੱਚਾਈ ਨੂੰ ਜਾਣੀਏ, ਉਸ ਦੀ ਦਇਆ ਦੇ ਪਾਤਰ ਬਣੀਏ। ਪ੍ਰਭੂ ਸਾਨੂੰ ਸੱਦਾ ਦੇ ਰਿਹਾ। 2 ਹਫ਼ਤੇ ਪਹਿਲਾਂ ਦੀ ਐਤਵਾਰ ਵਾਪਸ ਸੁਣਿਆ ਸੀ, ਜੋ ਰੁੱਖ ਫਲ ਨਹੀਂ ਦਿੰਦਾ ਉਹਦੇ 'ਤੇ ਹੁਕਮ ਹੈ ਕਿ ਉਸ ਨੂੰ ਵੱਢ ਦਿੱਤਾ ਜਾਵੇ। ਪਰ ਮਾਲੀ ਬੇਨਤੀ ਕਰਦਾ, ਮਾਲਕ ਇਸ ਨੂੰ ਇੱਕ ਮੌਕਾ ਹੋਰ ਦਿਓ। ਅੱਜ ਦੇ ਵਚਨ ਵਿੱਚ ਸਾਨੂੰ ਇੱਕ ਮੌਕਾ ਹੋਰ ਮਿਲ ਰਿਹਾ ਹੈ। ਪ੍ਰਭੂ ਕਹਿੰਦਾ, ਜਾਂ ਫਿਰ ਤੋਂ ਗੁਨਾਹ ਨਾ ਕਰੀ। ਪਿਆਰਿਓ, ਇਹ ਜੋ 2 ਹਫ਼ਤਿਆਂ ਦਾ ਸਮਾਂ ਰੋਜ਼ਿਆਂ ਦੇ ਵਿੱਚ ਰਹਿ ਗਿਆ ਹੈ, ਸਾਡੇ ਲਈ ਇਹ ਸਮਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਅਸੀਂ ਜੋ ਗੁਨਾਹ ਗਲਤੀ ਕੀਤੀਆਂ ਆ ਉਹਨਾਂ ਨੂੰ ਅਸੀਂ ਭੁੱਲ ਜਾਈਏ। ਅੱਜ ਦਾ ਪਹਿਲਾ ਪਾਠ ਇਸ਼ਾਇਆ ਨਬੀ ਪੜ੍ਹਿਆ, ਦੂਜੇ ਪਾਠ ਵੀ ਫਿਲਿੱਪੀ ਵਿੱਚੋਂ ਪੜ੍ਹਿਆ ਕਿ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਓ। ਖੁਦਾ ਉਹਨਾਂ ਨੂੰ ਯਾਦ ਨਹੀਂ ਰੱਖਣਾ ਚਾਹੁੰਦਾ। ਇਸ ਕਰਕੇ ਆਪਾਂ ਕਰੀਏ, ਇਤਰਾਫ ਕਰਨ ਦੀ ਤਿਆਰੀ ਕਰੀਏ। ਗੁੱਡ ਫਰਾਈਡੇ ਤੋਂ ਪਹਿਲਾਂ ਇਤਰਾਫ ਕਰੀਏ, ਯੋਗ ਢੰਗ ਨਾਲ ਆਪਣੇ ਆਪ ਨੂੰ ਤਿਆਰ ਕਰੀਏ ਤਾਂ ਜੋ ਅਸੀਂ ਪ੍ਰਭੂ ਦੀ ਮਹਿਮਾ ਦੇ ਵਿੱਚ ਹਿੱਸੇਦਾਰ ਬਣ ਸਕੀਏ। ਆਓ ਅਸੀਂ ਵਿਸ਼ਵਾਸ ਨਾਲ ਰਲ ਕੇ ਆਪਣੇ ਵਿਸ਼ਵਾਸ ਨੂੰ ਪ੍ਰਗਟ ਕਰਦਿਆਂ ਇਕੱਠੇ ਮਿਲ ਕੇ ਆਖਾਂਗੇ ਰਸੂਲਾਂ ਦਾ ਕਲਮਾ। ਮੈਂ ਖੁਦਾ ਤੇ ਇਮਾਨ ਰੱਖਦਾ ਹਾਂ, ਜਿਹੜਾ ਬਾਪ ਪੂਰੀ ਕੁਦਰਤ ਵਾਲਾ, ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ। ਮੈਂ ਯਿਸੂ ਮਸੀਹ ਤੇ ਇਮਾਨ ਰੱਖਦਾ ਹਾਂ, ਜਿਹੜਾ ਉਸ ਦਾ ਇਕਲੌਤਾ ਬੇਟਾ ਤੇ ਸਾਡਾ ਖੁਦਾਵੰਦ ਹੈ। ਉਹ ਪਾਕ ਦੀ ਕੁਦਰਤ ਨਾਲ ਕੁਆਰੀ ਮਰੀਮ ਦੇ ਘਰ ਵਿੱਚ ਪਿਆ ਅਤੇ ਉਸ ਤੋਂ ਜੰਮਿਆ। ਉਸ ਨੇ ਪੈਂਤੁਸ ਪਿਲਾਤੁਸ ਦੇ ਐਦਵੇ ਦੁੱਖ ਉਠਾਇਆ, ਸਲੀਬ ਉਤੇ ਚੜ੍ਹਾਇਆ ਗਿਆ, ਮਰ ਗਿਆ ਤੇ ਦੱਬਿਆ ਗਿਆ, ਬਰਜ਼ਖ ਵਿੱਚੋਂ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਉਤੇ ਚੜ੍ਹ ਗਿਆ, ਖੁਦਾ ਬਾਪ ਪੂਰੀ ਕੁਦਰਤ ਵਾਲੇ ਦੇ ਸੱਜੇ ਹੱਥ ਜਾ ਬੈਠਾ, ਜਿੱਥੋਂ ਜਿਉਂਦਿਆਂ ਤੇ ਮੁਰਦਿਆਂ ਨੂੰ ਇਨਸਾਫ ਕਰਨ ਲਈ ਫਿਰ ਆਵੇਗਾ। ਮੈਂ ਇਮਾਨ ਰੱਖਦਾ ਹਾਂ ਰੂਹ ਪਾਕ ਉਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਰਾਕਤ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀ ਉੱਠਣਾ, ਹਮੇਸ਼ਾ ਹੀ ਜ਼ਿੰਦਗੀ ਉਤੇ। ਆਮੀਨ। ਪਿਆਰੇ ਭਰਾਓ ਤੇ ਭੈਣੋ, ਪੂਰੀ ਕੁਦਰਤ ਵਾਲੇ ਖੁਦਾ ਬਾਪ ਨੇ ਆਪਣੇ ਇਕਲੌਤੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਲਈ ਕੁਰਬਾਨ ਕੀਤਾ ਅਤੇ ਪ੍ਰਭੂ ਯਿਸੂ ਨੇ ਸਾਡੇ ਵਿੱਚੋਂ ਹਰ ਇੱਕ ਨੂੰ ਮਾਫੀ ਬਖਸ਼ੀ ਅਤੇ ਆਖਿਆ, ਜਾਓ ਹੁਣ ਤੋਂ ਫਿਰ ਪਾਪ ਨਾ ਕਰਨਾ। ਪਾਪਾਂ ਦੀ ਦੁਰਦਸ਼ਾ ਅਤੇ ਉਸ ਤੋਂ ਛੁਟਕਾਰਾ ਪਾਉਣ ਦੇ ਰਾਹ ਨੂੰ ਜਾਣਨ ਲਈ ਅਸੀਂ ਖੁਦਾ ਅੱਗੇ ਪ੍ਰਾਰਥਨਾ ਕਰੀਏ ਤੇ ਆਪਣੀਆਂ ਤਮਾਮ ਅਰਜ਼ਾਂ ਮਿੰਨਤਾਂ ਲੋੜਾਂ ਨੂੰ ਪ੍ਰਭੂ ਦੇ ਚਰਨਾਂ ਵਿੱਚ ਸੌਂਪਦੇ ਹੋਏ ਰਲ ਕੇ ਆਖੀਏ, ਐ ਪ੍ਰਭੂ ਸਾਡੀ ਦੁਆ ਸੁਣ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਸੰਤ ਪਾਪਾ ਫਰਾਂਸਿਸ ਅਤੇ ਉਹਨਾਂ ਦੇ ਨਾਲ ਜੁੜੇ ਸੰਸਾਰ ਭਰ ਦੇ ਸਾਰੇ ਕੈਥੋਲਿਕਾਂ ਦੇ ਲਈ ਦੁਆ ਮੰਗੀਏ ਕਿ ਉਹ ਸਾਰੇ ਪ੍ਰਭੂ ਯਿਸੂ ਮਸੀਹ ਬਾਰੇ ਗਿਆਨ ਵਿੱਚ ਵੱਧਦੇ ਜਾਣ ਅਤੇ ਉਸ ਦਾ ਪ੍ਰਚਾਰ ਕਰਦੇ ਰਹਿਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਆਪਣੇ ਸਾਰੇ ਬਿਸ਼ਪ ਸਹਿਬਾਨ ਅਤੇ ਫਾਦਰਾਂ ਦੇ ਲਈ ਪ੍ਰਾਰਥਨਾ ਕਰੀਏ ਕਿ ਉਹ ਸਾਰੇ ਪ੍ਰਭੂ ਯਿਸੂ ਮਸੀਹ ਦੇ ਨਿੱਜੀ ਅਨੁਭਵ ਰਾਹੀਂ ਸਾਰਿਆਂ ਤੱਕ ਉਸ ਦੀ ਮੁਕਤੀ ਦਾ ਪੈਗਾਮ ਫੈਲਾਉਣ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਲੋਕਾਂ ਦੇ ਲਈ ਦੁਆ ਮੰਗੀਏ ਜਿਨ੍ਹਾਂ ਨੇ ਅਜੇ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਿਆ ਹੈ, ਕਿ ਉਹ ਸਾਰੇ ਉਸ ਨੂੰ ਜਾਣਨ, ਮਾਂ ਰੂਪੀ ਕਲੀਸਿਆ ਦੇ ਮੈਂਬਰ ਬਣਨ ਅਤੇ ਆਤਮਿਕ ਉન્નਤੀ ਹਾਸਲ ਕਰਨ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਅਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਉੱਤੇ ਗਲਤ ਦੋਸ਼ ਲਗਾਏ ਜਾਂਦੇ ਹਨ, ਜਿਹੜੇ ਗਲਤ ਆਰੋਪਾਂ ਦੇ ਕਾਰਨ ਜੇਲ੍ਹ ਭੁਗਤ ਰਹੇ ਹਨ। ਖੁਦਾ ਉਹਨਾਂ ਨੂੰ ਤਾਕਤ ਬਖਸ਼ੇ ਤਾਂ ਕਿ ਉਹ ਇਹ ਸਭ ਕੁਝ ਹੌਸਲੇ ਨਾਲ ਸਹਿਣ ਕਰ ਸਕਣ ਅਤੇ ਸੰਸਾਰ ਵਿੱਚ ਨਿਆਂ ਦਾ ਰਾਜ ਸਥਾਪਿਤ ਹੋ ਜਾਵੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਖਾਸ ਤੌਰ 'ਤੇ ਬਿਮਾਰ ਭੈਣਾਂ ਭਰਾਵਾਂ ਲਈ ਪ੍ਰਾਰਥਨਾ ਕਰੀਏ ਜਿਹੜੇ ਕਿਸੇ ਵੀ ਬਿਮਾਰੀ ਨਾਲ ਪੀੜਿਤ ਹਨ। ਪ੍ਰਭੂ ਉਹਨਾਂ ਦੇ ਗੁਨਾਹ ਗਲਤੀਆਂ ਮਾਫ ਕਰਕੇ ਆਪਣੀ ਦਇਆ ਵਿੱਚ ਉਹਨਾਂ ਦੇ ਸਾਰੇ ਗਲਤੀਆਂ ਗੁਨਾਹ ਮਾਫ ਕਰੇ, ਸ਼ੁਕੇ ਚੰਗੀ ਸਿਹਤ ਤੰਦਰੁਸਤੀ ਪ੍ਰਦਾਨ ਕਰੇ। ਅਨੁਵਚਨ। ਐ ਪ੍ਰਭੂ ਸਾਡੀ ਦੁਆ ਸੁਣ। ਆਓ ਅਸੀਂ ਮਾਂ ਮਰੀਮ ਸਿਫਾਰਿਸ਼ ਮੰਗਦੇ ਹਾਂ ਰਲ ਕੇ ਆਖੀਏ, ਸਲਾਮ ਐ ਮਰੀਮ, ਫਜ਼ਲ ਨਾਲ ਭਰੀ ਹੋਈ ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ, ਨਾਲੇ ਧਨ ਹੈ ਤੇਰੀ ਕੁੱਖ ਦਾ ਫਲ ਯਿਸੂ। ਐ ਹਜ਼ਰਤ ਮਰੀਮ ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ,
ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਐ ਮਿਹਰਬਾਨ ਖੁਦਾ ਸਾਡੇ ਬਾਪ, ਇੱਥੇ ਹਾਜ਼ਰ ਇਮਾਨਦਾਰਾਂ ਦੀਆਂ ਬੇਨਤੀਆਂ ਉੱਤੇ ਧਿਆਨ ਲਾ। ਅਸਾਂ ਸਾਰਿਆਂ ਨੇ ਤੈਨੂੰ ਅਤੇ ਤੇਰੇ ਇਕਲੌਤੇ ਬੇਟੇ ਪ੍ਰਭੂ ਯਿਸੂ ਮਸੀਹ ਨੂੰ ਜਾਣਨਾ ਚਾਹਿਆ ਹੈ। ਉਸ ਨੂੰ ਜਾਣਨ ਦੀ ਕਿਰਪਾ ਸਾਨੂੰ ਪ੍ਰਦਾਨ ਕਰ। ਸਾਨੂੰ ਆਪਣੇ ਆਪ ਨੂੰ ਵੀ ਸਮਝਣਾ ਅਤੇ ਆਪਣੇ ਪਾਪਾਂ ਦੇ ਲਈ ਪਛਤਾਵਾ ਕਰਨ ਦਾ ਫਜ਼ਲ ਪ੍ਰਦਾਨ ਕਰ। ਸਾਨੂੰ ਸ਼ੁੱਧਤਾ ਪ੍ਰਦਾਨ ਕਰ ਤਾਂ ਜੋ ਅਸੀਂ ਪਵਿੱਤਰ ਹੋ ਕੇ ਯੋਗ ਢੰਗ ਨਾਲ ਆਉਣ ਵਾਲੀ ਮਹਾਨ ਈਦ ਨੂੰ ਮਨਾ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। रोटी गेहूं दानों की, अंगूरी दाग फलों की, चढ़ाते प्यार की निशानी। दे प्रभु प्यार तेरा रोटी में एकता का दैनिक भोजन है प्रभु। रोटी गेहूं दानों की, अंगूरी दाग फलों की, चढ़ाते प्यार की निशानी। दे प्रभु प्यार तेरा रोटी में एकता का दैनिक भोजन है प्रभु। स्वीकारो है पिता हमारी भेंट पिता, पावन कहे पिता स्वीकार है पिता। स्वीकारो है पिता हमारी भेंट पिता, पावन कहे पिता स्वीकार है पिता। कर स्वीकार है पिता, कर स्वीकार है पिता। ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਤੇ ਤੁਹਾਡੀ ਇਹ ਕੁਰਬਾਨੀ ਪੂਰੀ ਗੁਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪੂਰੀ ਕੁਦਰਤ ਵਾਲੇ ਖੁਦਾ, ਸਾਡੀ ਦੁਆ ਸੁਣ ਤੇ ਕਬੂਲ ਕਰ। ਤੂੰ ਆਪਣੇ ਸੇਵਕਾਂ ਨੂੰ ਮਸੀਹ ਈਮਾਨ ਦੀਆਂ ਸਿੱਖਿਆਵਾਂ ਦਾ ਵਰਦਾਨ ਦਿੱਤਾ ਹੈ। ਉਹਨਾਂ ਉੱਤੇ ਮਿਹਰ ਕਰਕੇ ਇਸ ਕੁਰਬਾਨੀ ਦੇ ਰਾਹੀਂ ਉਹਨਾਂ ਨੂੰ ਸ਼ੁੱਧ ਕਰ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਇੱਕ ਆਮ ਆਦਮੀ ਦੀ ਤਰ੍ਹਾਂ ਯਿਸੂ ਆਪਣੇ ਮਿੱਤਰ ਲਾਜ਼ਰ ਲਈ ਰੋਇਆ ਅਤੇ ਅਕਾਲ ਖੁਦਾ ਹੁੰਦਿਆਂ ਹੋਇਆਂ ਵੀ ਉਸਨੇ ਮੋਹੇ ਲਾਜ਼ਰ ਨੂੰ ਫਿਰ ਜਿਉਂਦਾ ਕੀਤਾ। ਸਾਡੇ ਸਾਰਿਆਂ ਲਈ ਆਪਣੇ ਪਿਆਰ ਦੀ ਖਾਤਰ ਮਸੀਹ ਸਾਨੂੰ ਸਾਕਰਾਮੈਂਟਾਂ ਰਾਹੀਂ ਸਦੀਵੀ ਜੀਵਨ ਵੱਲ ਲੈ ਜਾਂਦਾ ਹੈ। ਇਸ ਲਈ ਫਰਿਸ਼ਤਿਆਂ, ਮਹਾਫਰਿਸ਼ਤਿਆਂ ਅਤੇ ਸਾਰੇ ਸਵਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ।
पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ज़मीन आसमान तेरी वडियाइयां नाल परे हन उच्चियां विचों हुसना। ज़मीन आसमान तेरी वडियाइयां नाल परे हन उच्चियां विचों हुसना। हुसना 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 हुसना, पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ओ तन है खुदावन दे नाम दे उत्ते जो आंदा है उच्चियां विचों हुसना। ओ तन है खुदावन दे नाम दे उत्ते जो आंदा है उच्चियां विचों हुसना। हुसना 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 हुसना, पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ऐ प्रभु तू सचमुच पवित्र है ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਹ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਹੈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਸੇ ਹੀ ਰੂਹ ਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਨਾਲ ਵਿਸ਼ਵਾਸਘਾਤ ਕੀਤਾ ਗਿਆ, ਉਸ ਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਤੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ
मेरी याद विच ए करिया करो। ईमान दा भेद। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਸ ਲਈ ਐ ਪ੍ਰਭੂ, ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ ਉਹਦੇ ਜਲਾਲੀ ਜੀ ਉਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਹਦੇ ਦੂਜੀ ਵਾਰੀ ਉਹਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਛਾਵੇਂ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਹਦੇ ਰੂਹ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਬਦਨ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ, ਖਾਸ ਕਰਕੇ ਮੁਕੱਦਸ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੇ ਦੇ ਮੁਬਾਰਕ ਵਸਨ ਯੂਸਫ ਦੇ ਨਾਲ, ਤੇਰੇ ਤਾਂ ਰਸੂਲਾਂ ਨਾਲ, ਤੇਜਸਵੀ ਸ਼ਹੀਦਾਂ ਨਾਲ, ਸੰਤ ਪਤਰਸ, ਪੌਲੁਸ, ਸੰਤ ਯਹੰਨਾ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਐ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੱਢ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੋ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ, ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ, ਸਾਡੇ ਬਿਸ਼ਪਾਂ ਫ੍ਰੈਂਕੋ ਤੇ ਇਗਨੈਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ, ਪ੍ਰੋਹਤਾਂ, ਧਾਰਮਿਕ ਸਿਸਟਰਾਂ ਤੇ ਸਭ ਵਿਸ਼ਵਾਸੀ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਐ ਦਿਆਲੂ ਬਾਪ, ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਹੇ ਭੈਣਾਂ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਵੀ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਤੇ ਉਸ ਦੇ ਨਾਲ ਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਦਲਾਲਤ ਵਿਦਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਪ੍ਰਭੂ ਦੇ ਉਹਨਾਂ ਸ਼ਬਦਾਂ ਉੱਤੇ ਪੂਰਨ ਭਰੋਸਾ ਰੱਖਦੇ ਹੋਏ ਉਸੇ ਪ੍ਰਾਰਥਨਾ ਨੂੰ ਦੁਹਰਾਈਏ ਜੋ ਉਸਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ। ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਮੀਂਹ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ, ਕੁਦਰਤ ਅਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਆਪ ਤਾਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ,
ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਲੀਲੇ ਖੁਦਾ ਦੇ ਤੂੰ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਅੱਜ ਸਾਡੇ ਉੱਤੇ ਦਇਆ ਕਰੋ, ਅੱਜ ਸਾਡੇ ਉੱਤੇ ਦਇਆ ਕਰੋ। ਐ ਲੀਲੇ ਖੁਦਾ ਦੇ ਤੂੰ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਅੱਜ ਸਾਡੇ ਉੱਤੇ ਦਇਆ ਕਰੋ, ਅੱਜ ਸਾਡੇ ਉੱਤੇ ਦਇਆ ਕਰੋ। ਐ ਲੀਲੇ ਖੁਦਾ ਦੇ ਤੂੰ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਅੱਜ ਸਾਨੂੰ ਸ਼ਾਂਤੀ ਪ੍ਰਦਾਨ ਕਰੋ, ਅੱਜ ਸਾਨੂੰ ਸ਼ਾਂਤੀ ਪ੍ਰਦਾਨ ਕਰੋ। ਵੇਖੋ ਖੁਦਾ ਦਾ ਲੀਲਾ ਪ੍ਰਭੂ ਯਿਸੂ ਮਸੀਹ, ਇਹਨੂੰ ਵੇਖੋ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗਤਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਅਤੇ ਮੇਰੀ ਰੂਹ ਚੰਗੀ ਹੋ ਜਾਵੇਗੀ। तेरा लहू, तेरा लहू, तेरा लहू, तेरा लहू, तेरा लहू पाक करता है। तेरा लहू कुव्वत देता है। तेरा लहू, तेरा लहू, तेरा लहू पाक करता है। तेरा लहू कुव्वत देता है। तेरा लहू, तेरा लहू। तेरे लहू की धार से मिटते गुनाह और खिलते फूल। तेरे लहू की धार से मिटते गुनाह और खिलते फूल। तेरा लहू, तेरा लहू धो करके साफ करता है। तेरा लहू कुव्वत देता है। तेरा लहू, तेरा लहू धो करके साफ करता है। तेरा लहू कुव्वत देता है। तेरा लहू, तेरा लहू।
ਅਸੀਂ ਪ੍ਰਾਰਥਨਾ ਕਰੀਏ। ਐ ਪੂਰੀ ਕੁਦਰਤ ਵਾਲੀ ਖੁਦਾ, ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਹਮੇਸ਼ਾ ਉਸ ਮਸੀਹ ਦੇ ਅੰਗਾਂ ਵਿੱਚ ਗਿਣੇ ਜਾਈਏ ਜਿਸ ਦੇ ਬਦਨ ਅਤੇ ਲਹੂ ਵਿੱਚ ਅਸੀਂ ਸ਼ਰੀਕ ਹੋਏ ਹਾਂ, ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੱਕ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਪਣੇ ਸਿਰ ਝੁਕਾਓ। ਐ ਪ੍ਰਭੂ, ਆਪਣੇ ਲੋਕਾਂ ਨੂੰ ਬਰਕਤ ਦੇ ਜੋ ਤੇਰੇ ਰਹਿਮ ਦੇ ਤੋਹਫੇ ਲਈ ਆਸ ਰੱਖਦੇ ਹਨ। ਬਖਸ਼ ਦੇ ਕਿ ਤੇਰੀ ਪ੍ਰੇਰਨਾ ਨਾਲ ਉਹ ਜਿਸ ਚੀਜ਼ ਦੀ ਇੱਛਾ ਰੱਖਦੇ ਹਨ ਉਹ ਤੇਰੇ ਕੋਲੋਂ ਉਦਾਰ ਤੋਹਫੇ ਵਜੋਂ ਉਹਨਾਂ ਨੂੰ ਮਿਲ ਜਾਵੇ। ਸਾਡੇ ਪ੍ਰਭੂ ਇਸ ਮਸੀਹ ਦੇ ਰਾਹੀਂ। ਆਮੀਨ। ਸਭ ਸ਼ਕਤੀਮਾਨ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਸਭ ਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਮਸੀਹ ਦੀ ਸ਼ਾਂਤੀ ਵਿੱਚ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਇਹ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। रोवे मरियम लाश यसू दी, हाय गोदी विच पाके। रोवे मरियम लाश यसू दी, हाय गोदी विच पाके। रोवे मरियम लाश यसू दी, हाय गोदी विच पाके। हाय गोदी विच पाके। मूँ सिर चुमदी तरले लैंदी, बोल मूहों एक वारी कहदी। मूँ सिर चुमदी तरले लैंदी, बोल मूहों एक वारी कहदी। मेरी दर्द कहानी, मेरी दर्द कहानी, सुन कन लाके कोल बिठा के। सुन कन लाके कोल बिठा के। रोवे मरियम लाश यसू दी, हाय गोदी विच पाके। रोवे मरियम लाश यसू दी,
ਹਾਏ ਗੋਦੀ ਵਿੱਚ ਪਾ ਕੇ, ਹਾਏ ਗੋਦੀ ਵਿੱਚ ਪਾ ਕੇ, ਹਾਏ ਗੋਦੀ ਵਿੱਚ ਪਾ ਕੇ।